ਬਾਈ ਕੋਲ ਔਲਾਦ ਨਹੀਂ ਸੀ। ਔਲਾਦ ਨਾ ਹੋਣ ਦੀ ਵਜ੍ਹਾ ਤੋਂ ਬਾਈ ਨੂੰ ਉਹਨੇ ਮੁਤਮਿਨ ਕਰਨਾ ਸ਼ੁਰੂ ਕਰ ਦਿੱਤਾ ਵੀ ਤੈਨੂੰ ਮੈਂ ਤਵੀਤ ਦੇਸਾਂ, ਤੈਨੂੰ ਔਲਾਦ ਹੋ ਜਾਸੀ, ਇਸ ਤਰੀਕੇ ਕਰਕੇ ਤੈਨੂੰ ਕੋਈ ਮਸਲਾ ਨਹੀਂ। ਉਹਨੇ ਕਹਿੰਦਾ ਕਿ ਮੂੰਹ ਦਾ ਕਰਕੇ ਉਹਨੇ ਟੀਕਾ ਲਾਇਆ, ਨਹਿਰੋ ਬਿਆਨ ਦਾ ਹਵਾਲਾ ਨਾ ਲੈ ਕੇ ਉਹਨੇ ਵੇਡਾ ਸੀ ਪਾਣੀ ਪਾ ਦਿੱਤਾ, ਉਹਨੇ ਟੀਕਾ ਲਾਇਆ ਹੈ। ਉਹ ਜ਼ਾਲਿਮ ਨੇ ਜਦੋਂ ਬੇਹੋਸ਼ ਹੋ ਗਿਆ, ਉਹਦੇ ਹੱਥ ਪੈਰ ਬੰਨ੍ਹ ਕੇ ਕਰਕੇ ਨਾ ਉਹਦੇ ਗਲੇ 'ਤੇ ਰੱਖ ਕੇ ਨਾ ਤੇਜ਼ ਆਲਾ ਜਿਹੜਾ ਹੈ ਉਹਦੀ ਗਰਦਨ ज़िबा कर ਦਿੱਤਾ। कत्ल भी नहीं ज़िबा कर ਦਿੱਤਾ। अंधा कत्ल था, अगवा करके और उसको तेज़ धार आले से उसका गला काटा गया था। इस पे बहुत ज़्यादा सनसनी पाई जाती है मुख्तलिफ देहात में। जो जाली पीर था वो अरेस्ट हुआ, उसका बेटा बिल्कुल 13-14 साल उसकी उम्र है। बच्चे ने उसके बाल पकड़े और इस जालिम आदमी ने फिर वो छुरा चला दिया इस पर। इस वक्त ये टीम जुर्म नकाब मौजूद है जाली पीर के हाथों कत्ल होने वाले शख्स के भाई के साथ, और उनसे हम बात करेंगे। ये इस केस के मुद्दई भी हैं और इनसे जानते हैं सारे मामले के हवाले से। सब तो पहले जनाब सानू बड़ा अफसोस है तुहाडे भाई नाल जिहड़ा जुल्म होया है। ਇਹ ਤੁਹਾਡਾ ਭਾਈ ਤੁਹਾਡੇ ਤੋਂ ਵੱਡਾ ਸੀ ਜਾਂ ਛੋਟਾ ਸੀ? ਛੋਟਾ ਸੀ। ਛੋਟਾ ਭਾਈ ਸੀ। ਅੱਛਾ, ਜਾਲੀ ਪੀਰ ਨਾਲ ਕਿਸ ਤਰ੍ਹਾਂ ਮੁਲਾਕਾਤ ਹੋਈ ਤੁਹਾਡੇ ਭਾਈ ਦੀ? ਕਿਉਂ ਕਿਸ ਤਰ੍ਹਾਂ ਉਹਦੇ ਚੁੰਗਲ 'ਚ ਫਸ ਗਿਆ? ਭਾਈ ਮੇਰਾ ਨਾ ਇਹਦੇ ਥੋੜ੍ਹਾ ਜਿਵੇਂ ਦੇ ਕਾਰਨਾਮੇ ਵੇਖਣਾ ਵੀ ਬੰਦੇ ਆਉਂਦੇ ਪੈ ਨਾ ਜਾਂਦੇ। ਭਾਈ ਦੀ ਸ਼ਾਦੀ ਹੋਈ ਨੂੰ 10-12 ਸਾਲ ਹੋ ਗਏ ਨੇ ਜੀ। ਭਾਈ ਕੋਲ ਔਲਾਦ ਨਹੀਂ ਸੀ। ਅੱਛਾ। ਔਲਾਦ ਨਾ ਹੋਣ ਦੀ ਵਜ੍ਹਾ ਤੋਂ ਭਾਈ ਨੂੰ ਉਹਨੇ ਆਪਣੇ ਨਾ ਜਾਲੀ ਪੀਰ ਫਿਰ ਉਹਨੇ ਕੋਈ ਨਾ ਕੋਈ ਦਾਦਾ ਕਾਰਨਾਮਾ ਵਿਖਾਣਾ ਹੀ ਸੀ। ਉਹਨੇ ਇਹਨੂੰ ਮੁਤਮਿਨ ਕਰਨਾ ਸ਼ੁਰੂ ਕਰ ਦਿੱਤਾ ਵੀ ਤੈਨੂੰ ਮੈਂ ਤਵੀਤ ਦੇਸਾਂ, ਤੈਨੂੰ ਔਲਾਦ ਹੋ ਜਾਸੀ, ਇਸ ਤਰੀਕੇ ਕਰਕੇ ਤੈਨੂੰ ਕੋਈ ਮਸਲਾ ਨਹੀਂ। ਫਿਰ ਇਹਨੇ ਨਾ ਹੌਲੀ ਹੌਲੀ ਕਰਕੇ ਨਾ ਇਹਨੇ ਯਾਨੀ ਕਿ ਇਹ ਤੁਹਾਡਾ ਭਾਈ ਜਿਹੜਾ ਵੇ ਔਲਾਦ ਨਾ ਹੋਣੇ ਦੀ ਵਜ੍ਹਾ ਨਾਲ ਫਿਰ ਗਿਆ ਉਹਦੇ ਕੋਲੇ? ਜੀ ਜੀ, ਔਲਾਦ ਨਾ ਹੋਣ ਦੀ ਵਜ੍ਹਾ ਨਾਲ ਕੋਈ ਤਵੀਜ਼ ਵਗੈਰਾ ਜਾਂ ਉਹਨੂੰ ਕੋਈ ਤਵੀਜ਼ ਵਗੈਰਾ ਦਿੰਦਾ ਰਿਹਾ। ਫਿਰ ਕਰਦਾ ਵੀ ਤੈਨੂੰ ਜਿਹੜਾ ਨਾ ਸਾਨੂੰ ਫਿਲਹਾਲ ਕੋਈ ਇਤਨਾ ਇਲਮ ਨਹੀਂ। ਭਾਈ ਨੂੰ ਇਹਨੇ ਇਤਨਾ ਕੁ ਮੁਤਮਿਨ ਕਰਨਾ ਸ਼ੁਰੂ ਕਰ ਦਿੱਤਾ ਨਾ ਕਿ ਭਾਈ ਦਿਨ ਦੇ ਟਾਈਮ ਨਹੀਂ ਰਾਤ ਦੇ ਟਾਈਮ ਹੀ ਜਾਂਦਾ ਸੀ। ਇਹਦੇ ਕਿਹਾ ਵੀ ਸ਼ਾਇਦ ਬਾਹਰ ਬਾਜ਼ਾਰ 'ਚ ਕਿਤੇ ਨਿਕਲਾ ਕੀਤਾ, ਰਾਤ ਹੀ ਸ਼ਾਹ ਟਾਈਮ ਨਿਕਲਣਾ ਉਹਨੇ ਜਾਣਾ। ਜੇ ਇਸ ਬਾਜ਼ਾਰ 'ਚ ਬੰਦੇ ਖੜੇ ਨੇ ਦੂਸਰੀ ਬਾਜ਼ਾਰ ਹੋ ਜਾਣਾ, ਉਹਨੂੰ ਸ਼ਾਹ ਦੇ ਟਾਈਮ ਉਹ ਜਾ ਕੇ ਉਹਦੇ ਕੋਲ ਬਹਿਣਾ ਕਰਨਾ, ਸਾਨੂੰ ਇਲਮ ਨਹੀਂ ਹੈ। ਉਸ ਤੋਂ ਬਾਅਦ ਹੌਲੀ ਹੌਲੀ ਕਰਦਾ ਜੀ ਉਹਨੂੰ ਆ ਕੇ ਨਾ 23 ਤਰੀਕ ਨੂੰ ਉਹਨੇ ਉਹ ਜ਼ਾਲਿਮ ਨੇ ਕਿਤੇ ਪਹਿਲੇ ਜੋ ਕੁਛ ਸੀ ਨਾ ਇਹਦੇ ਕੋਲ ਉਹਨੇ ਲੁੱਟਣਾ ਸ਼ੁਰੂ ਕਰ ਦਿੱਤਾ ਕਰਨਾ ਵੀ ਔਲਾਦ ਦੇ ਨਾਂ ਤੇ। ਔਲਾਦ ਦੇ ਨਾਂ ਤੇ ਕਿੰਨਾ ਅਰਸਾ ਜਾਂਦਾ ਰਿਹਾ ਉਸ ਪੀਰ ਕੋਲ? ਬੜੇ ਦਿਨਾਂ ਤੋਂ ਜਾਂਦਾ ਰਿਹਾ ਜੀ। ਬੜੇ ਜਦੋਂ ਦਾ ਪੀਰ ਆਇਆ ਮਸਲਾ ਨਾ ਜਾਂਦਾ ਰਾਤ ਦੇ ਟਾਈਮ ਸੀ, ਦਿਨ ਦੇ ਟਾਈਮ ਨਹੀਂ ਜਾਂਦਾ। ਜਾਂਦਾ ਰਾਤ ਦੇ ਟਾਈਮ ਹੀ ਸੀ। ਉਹਨਾਂ ਨੇ ਬੁਲਾਣਾ ਇੱਥੋਂ ਘਰ ਨੂੰ ਜਾਣਾ, ਮਸਲਨ ਮੈਂ ਬਸ ਹੋ ਕੇ ਆ ਗਿਆ, ਬਸ ਜਾਣਾ ਉਹਨੇ ਕੋਈ 10-15-20 ਮਿੰਟ ਹੋ ਕੇ ਵਾਪਸ ਆ ਜਾਣਾ ਦਿੱਲੀ ਬਾਜ਼ਾਰ ਬਹੁਤ। ਉਦੋਂ ਬਾਅਦ ਇਹਨੂੰ ਨਾ ਇਹਨੇ ਜਿਸ ਤਰ੍ਹਾਂ ਕਰਕੇ ਪੈਸਾ ਪਾ ਲੈਂਦੇ ਸ਼ੁਰੂ ਕਰ ਦਿੱਤਾ। ਮੈਂ ਤੈਨੂੰ ਪੈਸੇ ਵੀ ਡਬਲ ਹੋ ਜਾਸਣ, ਤੇਰਾ ਸਾਰਾ ਕੁਛ ਤੈਨੂੰ ਤਵੀਤ ਵੀ ਦੇਸਾਂ, ਜਿਸ ਤਰ੍ਹਾਂ ਮੁਤਮਿਨ ਕਰਨਾ ਉਹਨੇ ਸ਼ੁਰੂ ਕਰ ਦਿੱਤਾ। ਇਹ ਜ਼ਾਲਿਮ ਨੇ 23 ਤਰੀਕ ਨੂੰ ਨਾ ਉਹਨੂੰ 22 ਤਰੀਕ ਨੂੰ ਕਿਹਾ, 23 ਤਰੀਕ ਨੂੰ ਤਕਰੀਬਨ ਪਤਾ ਨਹੀਂ ਫੋਨ ਕੀਤਾ ਜਾਂ ਪਹਿਲੇ ਇੱਕ ਰਾਤ ਦਾ ਵਾਕਿਆ ਸੀ ਕਿ ਤੂੰ ਨਾ ਮੈਡੀਕਲ ਸਟੋਰ ਤੋਂ ਨਾ ਇੱਕ ਟੀਕਾ ਵੀ ਲੈ ਕੇ ਆਵੀਂ ਨਹਿਰੋ ਬਿਆਨ ਦਾ ਜਾਂ ਮੈਥੋਂ ਇਕਬਾਲ ਦਾ, ਤੇਰੀ ਹਾਜ਼ਰੀ ਕਰਾਂਗਾ ਜੁਮੇਰਾਤ ਤੇ ਤੈਨੂੰ ਉੱਥੇ ਜਿਹੜਾ ਨਾ ਸਾਰਾ ਤੇਰੇ ਮਸਲੇ ਹੱਲ ਹੋ ਜਾਸਨ। ਹਾਜ਼ਰੀ ਦੇ ਵਿੱਚ ਹਾਜ਼ਰੀ ਮਤਲਬ ਕਿ ਮੋਕਲ ਜਿੰਨ ਕੋਈ ਆਏਗਾ? ਹਾਂਜੀ ਹਾਂਜੀ, ਜਿੰਨ ਆਏਗਾ। ਇੱਥੋਂ 23 ਤਰੀਕ ਨੂੰ ਤਕਰੀਬਨ ਲੈ ਕੇ ਇੱਥੋਂ ਨਿਕਲਾ ਹੈ 8:30 8:15 ਵਜੇ ਨਿਕਲਾ, ਉਹਦੇ ਘਰ ਗਿਆ ਹੈ। ਉੱਥੋਂ ਜਾ ਕੇ ਉਹਨੇ ਰਲ ਕੇ ਟੁਰੇ ਨੇ ਇਵੇਂ ਨਾਲ ਹੀ ਜਿਹੜਾ ਨਾ ਇਹਦੇ ਨਾਲ ਸਕੂਲ ਦੇ ਨਾਲ ਜਾ ਕੇ ਨਾ ਖਾਦਰ ਨਹਿਰ ਤੋਂ ਪਿੱਛੇ ਕਰਕੇ ਤਕਰੀਬਨ 1.5 ਏਕੜ ਪਹਿਲੇ ਦੱਸਦਾ ਕਿ 1-2 ਦਫਾ ਤੇ ਹੋਰ ਵੀ ਲੈ ਗਿਆ ਕੀਤਾ SHO ਸਾਹਿਬ ਦੀ ਮਿਹਰਬਾਨੀ ਨਾਲ ਇਨਵੈਸਟੀਗੇਸ਼ਨ ਦੀ। ਉੱਥੇ ਉਹਨੂੰ ਲੈ ਗਿਆ ਨਾਰ ਤੋਂ 1.5 ਕਿੱਲਾ ਦੂਰ ਜਾ ਕੇ, ਤੇ ਉੱਥੇ ਨੂੰ ਜਦੋਂ ਜਿਹੜਾ ਨਾ ਟੀਕਾ ਉਹਨੇ ਨਾਲ ਪਹਿਲੇ ਉਹਨੇ ਲੈ ਕੇ ਕਿਧਰੇ ਰੱਖਿਆ ਹੋਇਆ ਸੀ ਦੂਸਰਾ ਬੇਹੋਸ਼ੀ ਦਾ ਟੀਕਾ। ਉਹਨੇ ਕਹਿੰਦਾ ਕਿ ਮੂੰਹ ਦਾ ਕਰਕੇ ਉਹਨੇ ਟੀਕਾ ਲਾਇਆ, ਨਹਿਰੋ ਬਿਆਨ ਦਾ ਹਵਾਲਾ ਨਾ ਲੈ ਕੇ ਉਹਨੇ ਵੇਡਾ ਸੀ ਪਾਣੀ ਪਾ ਦਿੱਤਾ, ਉਹਨੇ ਟੀਕਾ ਲਾਇਆ ਹੈ। ਉਹ ਜ਼ਾਲਿਮ ਨੇ ਜਦੋਂ ਬੇਹੋਸ਼ ਹੋ ਗਿਆ ਉਹਦੇ ਹੱਥ ਪੈਰ ਬੰਨ੍ਹ ਕੇ ਕਰਕੇ ਨਾ ਉਹਦੇ ਗਲੇ 'ਤੇ ਰੱਖ ਕੇ ਨਾ ਤੇਜ਼ ਆਲਾ ਜਿਹੜਾ ਹੈ ਉਹਦੀ ਗਰਦਨ ज़िबा ਕਰ ਦਿੱਤਾ। ਕਤਲ ਵੀ ਨਹੀਂ ज़िबा ਕਰ ਦਿੱਤਾ। ज़िबा ਕਰਨ ਬੇਹੋਸ਼ ਬਿਲਕੁਲ ज़िबा ਕਰਨ ਤੋਂ ਬਾਅਦ ਫਿਰ ਉਹਨਾਂ ਨੇ ਦੋਵੇਂ ਲੱਤਾਂ ਫੜ ਕੇ ਛੇਕ ਕੇ ਦਰੂ ਕੇ ਲੈ ਗਏ ਨੇ, ਨਹਿਰੇ ਸੁੱਟ ਦਿੱਤਾ ਹੈ। ਜਿੰਨਾ ਅਸਾ ਉਹ ਜਾਂਦਾ ਰਿਹਾ ਤੇ ਕਦੀ ਭਾਈ ਨੇ ਤੁਹਾਡੇ ਨਾਲ ਇਸ ਪੀਰ ਦੇ ਬਾਰੇ ਨਾਲ ਗੱਲ ਕੀਤੀ ਹੋਏ? ਨਹੀਂ ਸਰ। ਕਿ ਜੀ ਮੈਂ ਕਿਸੇ ਪੀਰ ਕੋਲੇ ਜਾਣਾ ਵਾ, ਜਾਲੀ ਪੀਰ ਕੋਲੇ ਜਾਂ ਕੋਈ ਤਰ੍ਹਾਂ ਦਾ ਮਾਮਲਾ? ਇਹਨੇ ਸਾਨੂੰ ਜੁੜ ਕੇ ਜਿਹੜੇ ਇਹਦੇ ਖਾਸ ਦੋਸਤ ਸੀ ਨਾ ਉਹਨਾਂ ਨੂੰ ਵੀ ਕੋਈ ਚੀਜ਼ ਨਹੀਂ ਐਸੀ ਦੱਸੀ ਕੀਤੀ ਵੀ ਮੈਂ ਨੇ ਜਿਹੜਾ ਨਾ ਇਸ ਤਰ੍ਹਾਂ ਕਰਕੇ ਕੋਈ ਮੈਨੂੰ ਲਾਲਚ ਦਿੱਤਾ ਹੋਇਆ ਪੀਰ ਨੇ। ਉਹਨੇ ਐਸਾ ਕਰਕੇ ਮੁਤਮਿਨ ਕੀਤਾ ਸਾਹਿਬ ਜੀ, ਜਿਹੜਾ ਜੇਲੀ ਪੀਰ ਨੇ ਉਹਨਾਂ ਕੰਮ ਹੀ ਇਸ ਤਰ੍ਹਾਂ ਦੇ ਕਰਨੇ ਹੁੰਦੇ ਨੇ। ਉਹਨਾਂ ਇਤਨਾ ਕੁ ਮੁਤਮਿਨ ਕੀਤਾ ਜਿਹੜਾ ਦੋਸਤ ਉਸ ਕੋਲ ਪੁੱਛਣ ਲੱਗਾ ਨਾ ਵੀ ਯਾਰ ਤੂੰ ਇਹ ਪੈਸੇ ਲੈਣ ਲੱਗਾ ਕਰਨ ਲੱਗਾ ਤੈਨੂੰ ਕੀ ਹੈ, ਕੋਈ ਚੀਜ਼ ਸਾਨੂੰ ਦੱਸ ਦੇ। ਉਹ ਕਹਿੰਦਾ ਮੈਂ ਤੁਹਾਨੂੰ ਕੰਮ ਹੋਣ ਤੇ ਦੱਸਾਂਗਾ, ਜਿਸ ਤਰ੍ਹਾਂ ਤੁਸੀਂ ਮੈਨੂੰ ਪੈਸੇ ਦਿਓਗੇ ਨਾ ਇਹਨਾਂ ਨਾਲ ਭਾਵੇਂ ਰਾਤੀ 10 ਵਜੇ ਸੁਬਹ ਤੁਹਾਨੂੰ ਇਸੇ ਤਰ੍ਹਾਂ ਲਿਆ ਕੇ ਮੈਂ ਪੈਸੇ ਉਵੇਂ ਰਬੜ ਚੜੀ ਹੋਏ ਵਾਪਸ ਦੇ ਦੇਸਾਂ। ਇਹਨੇ 18 ਤਰੀਕ ਨੂੰ ਜਿਹੜੇ ਮਸਲਨ ਪੈਸੇ ਲਏ ਨੇ ਉਹਦਾ ਭਾਈ ਨੇ ਦੱਸਿਆ ਕਿ 5,10,000 ਮੇਰੇ ਕੋਲ ਲੈ ਕੇ ਗਿਆ ਸ਼ਾਮ ਨੂੰ, 50,000 ਰੁਪਏ ਫਿਰ 22 ਤਰੀਕ ਨੂੰ ਇੱਕ ਮੁੰਦਰੀ 'ਚ ਦੇਈ। ਉਸ ਤੋਂ ਪਹਿਲੇ ਜੋ ਕੁਛ ਇਹਨੇ ਲਿਆ ਕੀਤਾ ਲੁੱਟਿਆ ਨਾ ਉਹ ਨਹੀਂ। ਇਹ ਤੋਂ ਨੇ ਭਾਈ ਨੇ ਦੱਸਿਆ ਕਿ ਇਹ ਪੈਸੇ ਮੇਰੇ ਕੋਲ ਲੈ ਕੇ ਆਇਆ ਹੈ, ਤੇ ਉਸ ਤਰ੍ਹਾਂ ਕਰਕੇ ਫਿਰ ਉਹਨੂੰ ਅੱਗੇ ਇਕਰਾਰ ਜੁਰਮ ਵੀ ਕੀਤਾ ਕਿ ਮੈਂ ਇੰਨੇ ਪੈਸੇ ਇਸ ਤਰ੍ਹਾਂ ਕਰਕੇ ਲਏ ਨੇ ਕੀਤੇ ਨੇ।
ਸਾਡੀ ਤਾਂ ਮਹਿਕਮਾ ਅੱਗੇ ਹੀ ਅਪੀਲ ਹੈ ਕਿ ਇਹਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਇਹ ਰੰਗੇ ਜ਼ਾਲਿਮ ਲੋਕ ਨੂੰ। ਵੇਖੋ ਜੀ ਇਸ ਚੀਜ਼ ਦਾ ਉਹਨੇ ਆ ਕੇ ਇੱਥੇ ਫੈਤਾ ਵੀ ਪੜਿਆ ਹੈ, ਇੱਥੇ ਆਇਆ ਹੈ ਦੂਸਰੇ ਤੀਸਰੇ ਦਿਨ ਆ ਕੇ ਸ਼ਰੀਫ ਬਣ ਕੇ ਹਾਂਜੀ, ਹਾਂਜੀ। ਡਰਾਮਾ ਕੀਤਾ ਸਾਰੀ ਇੱਥੇ- ਹੋਰ ਲੋਕਾਂ ਨੂੰ ਲੁੱਟਦਾ ਰਿਹਾ। ਜੀ ਜੀ ਇੱਥੇ ਬਈ ਨੂਰ ਅਹਿਮਦ ਜਮਲੇਰਾ ਸਾਹਿਬ ਨੇ ਉਹਦੇ ਸਾਹਮਣੇ ਜਿਸ ਦਿਨ ਮਹਿਕਮਾ ਪੁਲਿਸ ਨੇ ਇਨਵੈਸਟੀਗੇਟਰ ਫੜਿਆ ਨਾ ਉਸ ਦਿਨ ਉਹਦੇ ਸਾਹਮਣੇ ਬਹਿ ਕੇ ਉੱਥੋਂ ਸ਼ਾਦੀ ਤੋਂ ਖਾਣਾ ਖਾਂਦਾ ਰਿਹਾ ਕਿ ਇਸ ਬੰਦੇ ਨੇ ਮਹਿਸੂਸ ਵੀ ਨਹੀਂ ਕਰਾਉਣ ਦਿੱਤਾ ਇਸ ਚੀਜ਼ ਦਾ ਕਿ ਮੈਂ ਇਤਨਾ ਬੜਾ ਜ਼ਾਲਿਮ ਆਦਮੀ ਸੀ ਕਿ ਉਹਨੇ ਕੋਈ ਮੱਥੇ ਤੋਂ ਕਿਸੇ ਕਿਸਮ ਦੀ ਕੋਈ ਯਾਦ ਐਸੇ ਨਹੀਂ ਸੀ ਕਿ ਮੈਂ ਇਤਨਾ ਕਤਲ ਕੀਤਾ ਇਤਨਾ ਬੜਾ ਜ਼ੁਲਮ ਕੀਤਾ ਹੀ ਉਹਦੇ 'ਚ ਕੋਈ ਮਹਿਸੂਸ ਹੁੰਦੀ ਹੋ ਕੋਈ ਚੀਜ਼ ਪਤਾ ਨਹੀਂ। ਇਸ ਤੋਂ ਪਹਿਲੇ ਜਿੱਥੇ ਜਿੱਥੇ ਰਹਿ ਕੇ ਆਇਆ ਜੀ ਉਹਨੇ ਕੀ ਕੁਛ ਕੀਤਾ ਹੈ ਕੀ ਨਹੀਂ ਕੀਤਾ ਤਾਂ ਖੁਦਾ ਜਾਣਦਾ ਹੈ। ਇੱਥੇ ਵੀ ਅਗਰ ਇਸ ਚੀਜ਼ ਤੇ ਪਰਦਾ ਪੈ ਜਾਂਦਾ ਕਰਦਾ ਪਤਾ ਨਹੀਂ ਅੱਗੇ ਕੀ ਕਰਨਾ ਸੀ। ਮੇਰੀ ਬਾਰ-ਬਾਰ ਇਹੀ ਜੀ ਮਹਿਕਮਿਆਂ ਅੱਗੇ ਅਪੀਲ ਹੈ ਕਿ ਇਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ, ਬਿਲਕੁਲ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ। ਕਿਸ ਤਰ੍ਹਾਂ ਦੇ ਜ਼ਾलिम ਜਿਹੜੇ ਜੇਲੀ ਪੀਰ ਨੇ ਨਾ इन्होंने कैफे करदार तक पहुंचाया। अब उसका जुल्म देखिए नाजरीन कि उस शख्स ने पहले उस बंदे से पैसे खाए, फिर उसको कहा डबल पैसे करूंगा और पैसे लिए, और उसमें अपने बेटे को भी शामिल किया साथ उस कत्ल में। 12-13 साल का उसका बेटा है और कत्ल करने के बाद फिर बड़े आराम से भाई बता रहे हैं जी कि खाने भी खाता रहा और सारे मामलात करता रहा। खुदा रहा ऐसे जालमों से बचें, ये लोग आपकी जिंदगियों को निगल जाते हैं। इस वक्त जी टीम जुर्म नकाब मौजूद है SDPO बुरेवाला मोहम्मद इमरान टीपू साहब के पास, उनसे हम बात करते हैं इस केस के हवाले से। जी इमरान साहब बताइएगा। जी अस्सलाम वालेकुम। ये बेसिकली जी नंबरदार है 36 KB के इफ्तिखार साहब, वो इतला देते हैं SHO साहुका को कि मेरा भाई शफकत जो है वो मिल नहीं रहा, उसको नामालूम अफराद ने अगवा कर लिया है जिस पे अगवा का पर्चा दर्ज होता है। थोड़ी देर बाद ये इतला मिलती है कि जी नहर खादर के करीब एक खून में चीज़ जो है वो घसीट के फसलों से नहर में फेंकी जा रही है। तो हम प्रज्यूम करते हैं कि हो सकता है उसको अल्लाह ना करे कोई वाक़या हो गया है। इस पे 1122 का ऑपरेशन शुरू होता है, लेकिन रात गए तक कोई भी चीज़ सामने नहीं आती सिवाय एक जूते के। अगले दिन फिर DPO साहब और DC साहब विहाड़ी इसमें ज़ाती लेके इस नहर को की बंदी करवाते हैं। तो सुबह सुबह शफकत जो नौजवान था 24-25 साल का नंबरदार का छोटा भाई, उसकी लाश मिल जाती है। इसके बाद फिर आगे हमारी मुख्तलिफ़ टीमें बनती हैं, क्योंकि अंधा कत्ल था अगवा करके और उसको तेज़ धार आले से उसका गला काटा गया था। इस पे बहुत ज़्यादा सनसनी पाई जाती है मुख्तलिफ़ देहात में, बहुत लोगों में दुख और काफ़ी ज़्यादा खौफज़दा हैं लोग वहाँ जी, खौफज़दा हैं। और इसमें हमारी CCTV से फिर टेक्निकल जितनी असिस्टेंस चाहिए थी DPO साहब हमें देते हैं, मैं सुपरवाइज़ करता हूँ। हमारे SHO साहू का मिर्ज़ा हसनैन साहब इस पे बहुत ज़्यादा मेहनत करते हैं। तो शब व रोज़ की मेहनत के बाद तकरीबन 20 से ज़्यादा लोगों को इसमें इंटरोगेट किया गया। उसके बाद एंड पे जाके उसी गांव का एक जो जाली पीर था इमदाद शाह, वो अरेस्ट हुआ। उसका बेटा बिल्कुल 13-14 साल उसकी उम्र है, मासूम सा बच्चा, कोई उस पर कह ही नहीं सकता था ये इतना बड़ा एक्ट कर सकता है। उनको गिरफ़्तार किया जाता है। तो वो दौरान तफ्तीश जो है वो सारा वकूआ सुना देते हैं। आला ज़रब आला कत्ल भी बरामद हो जाता है, जो पैसे उनसे लिए थे वो भी बरामद हो जाते हैं। तो हर तरीके से इनको चलान अदालत किया जा चुका है, तो इनको इंशाल्लाह कैफरे किरदार तक पहुंचाया जाएगा। अच्छा, ये जो जाली पीर है इसका कोई पुराना कोई रिकॉर्ड निकला सामने आया, कोई इससे पहले कोई ऐसा क्राइम करके यहाँ पर आकर बस गया हो? जी, ये रजिस्टर्ड क्राइम तो इसके पास कोई नहीं निकला, लेकिन इसकी जो पिछली हमने हिस्ट्री ली है, ये जलालपुर पीर वाला का रहने वाला था, मुल्तान का। वहाँ से ये शिफ्ट हो जाता है बहावल नगर वाली साइड पे। 3 साल से इधर आया है। तो इसने जो इसकी शादी हुई थी जिस लड़की की जो इसकी बीवी है, उसके भाइयों का काफ़ी सारा रिकॉर्ड है, बल्कि उसका जो ब्रदर इन लॉ था वो भी पुलिस मुकाबले में मारा जा चुका है। तो इसके बारे में बहावल नगर से भी यही मालूमात आई कि सारा दिन ठगी और इसी तरह फ्रॉड में होता था लोगों को। कोई इसको इवन के कुछ दीन का बिल्कुल नहीं पता, लेकिन सादा लोग, दरिया के जो लोग हैं वो इसकी झांसे में आ जाते हैं, जिस तरह ये शफकत बेचारा आया। हमें ये भी पता चला है कि ये ना गांव के लोगों को वर्गला के एक जगह पर बुलाता था, वहाँ पे खुद नहीं आता था, लोगों से डकैती हो जाती थी। इसकी वजह ये भी हो सकती है जो आप बता रहे हैं कि इसके जो इन लॉज की तरफ से जो लोग हैं वो भी रिकॉर्ड रफ्ता थे। नहीं, इन लॉज वाले वो थाना शेख फाजल है बुरे वाला का ही। उनको इसका एक जो ब्रदर इन लॉ एजाज था उसको भी हमने इंटरोगेट किया है। तो बेसिकली सादा लोगों को ये डबल शाह वाला बेसिकली ये काम हुआ, पैसे लेकर डबल करने, और उस बंदे को था कि तेरी बीवी रूठी हुई है उसको मैं मना दूंगा। और उसको ये इन्होंने झांसा दिया कि आपने पैसे भी लेके आने, और उसको हेप्नाटाइज इस किस्म का किया हुआ था कि आपने किसी बंदे को घर में बताना नहीं है, ना फ़ोन यूज़ करना है। और जब वो सारी चीज़ें ले के वो बेचारा जाता है सादा लो बंदा,
تو اس کو ایک یہ کہتا ہے جی کہ اس ٹائم جب میرے میں جنوں کی حاضری ہونی ہے نا تو جسم آپ کا بھی کپ کپانا ہے اور میرا بھی کپ کپانا ہے, تو آپ نے ایک فلاں جو طاقت کا انجیکشن ہے نا نیورو بیان کا وہ لے کے آنا ہے. تو یہ شفقت جو ہے میڈیکل سٹور پہ جاتا ہے, وہ انجیکشن بھی لے لیتا ہے خود ہی, اور جب اس کو سو کالڈ حاضری وہ کرتا ہے وہاں پہ تو خود بھی کپ کپانا شروع کر دیتا ہے اور وہ شفقت بھی کپ کپاتا ہے. اسے کہتا ہے جلدی انجیکشن دو نیورو بیان والا. وہ انجیکشن وہ والا دینے کی بجائے اسی ٹائم بے ہوشی کا انجیکشن اس کو لگا دیتا ہے, وہ بے ہوش ہوتا ہے. اس کے بعد اس کا بچہ اس کو کہتا رہتا ہے کہ پاپا ہم مارنا کیوں ہے, ہم نے معصوم تھا وہ, معصوم بچہ. لیکن پھر اس نے کہا جی اگر نہیں ماریں گے تو یہ ہمیں ہمارا بانڈا پھوڑ دے گا. بچے نے اس کے بال پکڑے اور اس ظالم آدمی نے پھر وہ چھرا چلا دیا اس پہ. ایویڈنس اسٹرانگ ہے, سزا یقیناً اس بندے کو ملے گی جی تگڑی. بہت زبردست طریقے پہ اس کی سزا کا ہم نے بنایا ہے. ایون کہ اس کے فورنزک کے لیے کپڑے, آلہ قتل, یہ ساری چیزوں کی ہم نے فورنزک کروائی ہے. ڈی این اے کے نمونے, مقتول کی جو چیزوں کے خون کے چھینٹے تھے اس کو ٹیسٹ کیس بنائیں گے جی انشاءاللہ. بہت جلد اس کا فیصلہ ہوگا.